ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ ਬੁੱਧਵਾਰ ਹੈ ਤੇ 17 ਫਰਵਰੀ ਹੈ। ਅੱਜ ਪੰਜਾਬ ਦੇ ਵਿੱਚ ਮੁਹਾਲੀ ਨਗਰ ਕੌਂਸਲ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਦੀਆਂ ਨਗਰ ਕੌਂਸਲਾਂ ਦੇ ਚੋਣ ਨਤੀਜੇ ਆਉਣਗੇ। ਸਵੇਰੇ 9 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਏਗੀ। ਦੁਪਹਿਰ ਤੱਕ ਨਤੀਜੇ ਆਉਣ ਦੀ ਸੰਭਾਵਨਾ ਹੈ। ਮੁਹਾਲੀ ਦੇ 2 ਬੂਥਾਂ ਤੇ ਅੱਜ ਮੁੜ ਵੋਟਾਂ ਪੈਣਗੀਆਂ। ਪਟਿਆਲਾ ਦੇ ਵੀ ਕੁਝ ਬੂਥਾਂ ਤੇ ਕੱਲ ਮੁੜ ਵੋਟਾਂ ਪਾਈਆਂ ਗਈਆਂ ਸੀ, ਪਾਤੜਾਂ ਤੇ ਸਮਾਣਾ ਦੇ ਵਿੱਚ, ਤੇ ਅੱਜ ਨਤੀਜੇ ਆ ਜਾਣਗੇ। ਕਿਸਾਨ ਜਥੇਬੰਦੀਆਂ ਨੇ ਸਰ ਛੋਟੂ ਰਾਮ ਦਾ ਜਨਮ ਦਿਹਾੜਾ ਮਨਾਇਆ, ਸ਼ਰਧਾਂਜਲੀਆਂ ਦਿੱਤੀਆਂ ਅਤੇ ਰੋਹਤਕ ਦੇ ਪਿੰਡ ਗੜੀ ਸਾਂਪਲਾ ਦੇ ਵਿੱਚ ਮਹਾਪੰਚਾਇਤ ਕੀਤੀ ਗਈ, ਜਿੱਥੇ ਗੁਰਨਾਮ ਸਿੰਘ ਚੜੂਨੀ, ਜੋਗਿੰਦਰ ਸਿੰਘ ਉਗਰਾਹਾਂ, ਰਾਕੇਸ਼ ਟਿਕੈਤ ਸਮੇਤ ਹੋਰ ਲੀਡਰ ਪਹੁੰਚੇ। ਦੀਪ ਸਿੱਧੂ ਦੀ ਪੁਲਿਸ ਹਿਰਾਸਤ 7 ਦਿਨ ਹੋਰ ਵਧਾ ਦਿੱਤੀ ਹੈ। ਦਿਸ਼ਾ ਰਵੀ ਦੀ ਗ੍ਰਿਫਤਾਰੀ ਕਾਨੂੰਨ ਦੇ ਮੁਤਾਬਿਕ ਹੋਈ ਹੈ, ਇਹ ਕਹਿਣਾ ਹੈ ਦਿੱਲੀ ਪੁਲਿਸ ਦਾ। ਅਤੇ ਟੂਲਕਿਟ ਕੇਸ ਦੇ ਵਿੱਚ ਦਿੱਲੀ ਪੁਲਿਸ ਨੇ ਹੁਣ ਜ਼ੂਮ ਤੋਂ ਵੀ 11 ਜਨਵਰੀ ਦੀ ਜ਼ੂਮ ਮੀਟਿੰਗ ਦੇ ਵੇਰਵੇ ਮੰਗੇ ਨੇ। ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਕਿਹਾ ਕਿ ਭਾਰਤ ਵਿਰੋਧੀ ਕਈ ਤਾਕਤਾਂ ਮੁਲਕ ਵਿੱਚ ਅਸਥਿਰਤਾ ਪੈਦਾ ਕਰਨੀਆਂ ਚਾਹੁੰਦੀਆਂ ਨੇ। ਉਹ ਇਸ ਨਾਪਾਕ ਮਨਸੂਬੇ ਲਈ ਕੌਮੀ ਰਾਜਧਾਨੀ ਦਿੱਲੀ ਦੀ ਵਰਤੋਂ ਮੁੱਖ ਕੇਂਦਰ ਵਜੋਂ ਕਰਨਾ ਚਾਹੁੰਦੀਆਂ ਨੇ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰ ਤਿੰਨੇ ਖੇਤੀ ਕਾਨੂੰਨਾਂ ਦਾ ਬਚਾਅ ਕੀਤਾ ਹੈ। ਕਿਹਾ ਕਿ ਇਹਨਾਂ ਸੁਧਾਰਾਂ ਤੋਂ ਸਭ ਤੋਂ ਵੱਧ ਫਾਇਦਾ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਹੋਏਗਾ। ਵੀਡੀਓ ਕਾਨਫਰੰਸਿੰਗ ਰਾਹੀਂ ਮਹਾਰਾਜਾ ਸੁਹੇਲ ਦੇਵ ਦੇ ਬੁੱਤ ਦੀ ਸਥਾਪਨਾ ਦਾ ਨੀਂਹ ਪੱਥਰ ਰੱਖਦਿਆਂ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਪਿਛਲੀਆਂ ਸਰਕਾਰਾਂ ਦੇ ਵੱਲੋਂ ਕੀਤੀਆਂ ਭੁੱਲਾਂ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਨੇ ਦੇਸ਼ ਦੇ ਮਹਾਨ ਯੋਧਿਆਂ ਤੇ ਆਗੂਆਂ ਨੂੰ ਸਨਮਾਨ ਨਹੀਂ ਦਿੱਤਾ। ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮੂੰਹ 'ਚੋਂ ਖੇਤਾਂ ਅਤੇ ਕਿਸਾਨਾਂ ਦੇ ਲਈ ਤੇ ਕਾਨੂੰਨਾਂ ਦੇ ਲਈ ਕੁਝ ਨਹੀਂ ਬੋਲਦੇ ਸੀ, ਪਰ ਹੁਣ ਜਿਹੜੇ ਵੀ ਸਮਾਗਮ ਦੇ ਵਿੱਚ ਜਾਂਦੇ ਨੇ ਉੱਥੇ ਖੇਤੀ ਕਾਨੂੰਨਾਂ ਦੀ ਗੱਲ ਜ਼ਰੂਰ ਕਰਦੇ ਨੇ ਤੇ ਇਹੀ ਕਹਿੰਦੇ ਨੇ ਕਿ ਖੇਤੀ ਕਾਨੂੰਨਾਂ ਦੇ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ। ਕਿਸਾਨ ਲੀਡਰਾਂ ਦੇ ਵੱਲੋਂ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਤੇ ਬੀਜੇਪੀ ਪ੍ਰਧਾਨ JP ਨੱਡਾ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸੇ ਦਰਮਿਆਨ ਹਰਿਆਣਾ, ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਪਾਰਟੀ ਦੇ ਲੀਡਰਾਂ ਨਾਲ ਮੁਲਾਕਾਤ ਕੀਤੀ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੇ ਉਹਨਾਂ ਦੇ ਕੈਬਨਿਟ ਸਹਿਯੋਗੀ ਸੰਜੀਵ ਬਲਿਆਨ ਵੀ ਮੀਟਿੰਗ ਵਿੱਚ ਹਾਜ਼ਰ ਸਨ। ਕਿਸਾਨ ਆਗੂਆਂ ਦੇ ਵੱਲੋਂ ਵੱਖ-ਵੱਖ ਸੂਬਿਆਂ ਦੇ ਵਿੱਚ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੀਆਂ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ, ਉਸੇ ਦਰਮਿਆਨ ਅਮਿਤ ਸ਼ਾਹ ਤੇ ਨੱਡਾ ਵੱਲੋਂ ਇਹ ਮੀਟਿੰਗ ਖਾਪ ਪੰਚਾਇਤਾਂ ਵੱਲੋਂ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ 'ਚ ਕੀਤੀਆਂ ਜਾ ਰਹੀਆਂ ਮਹਾਪੰਚਾਇਤਾਂ ਦੇ ਮੱਦੇ-ਨਜ਼ਰ ਹੀ ਰੱਖੀ ਗਈ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕਹਿ ਰਹੇ ਨੇ ਕਿ ਕੰਟਰੈਕਟ ਫਾਰਮਿੰਗ ਐਕਟ 2013 ਰੱਦ ਕਰਾਂਗੇ, ਜਿਹੜਾ ਕਿ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਲਾਗੂ ਕੀਤਾ ਸੀ। ਕਿਸਾਨੀ ਸੰਘਰਸ਼ ਦੌਰਾਨ ਗ੍ਰਿਫਤਾਰ ਕੀਤੇ 6 ਹੋਰ ਕਿਸਾਨਾਂ ਦੀ ਜ਼ਮਾਨਤ ਕੱਲ੍ਹ ਮਨਜ਼ੂਰ ਹੋ ਗਈ। DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਦੇ ਰੋਹਿਣੀ ਦੇ ਰਹਿਣ ਵਾਲੇ ਬਲਵਿੰਦਰ ਸਿੰਘ, ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਸੁਖਜਿੰਦਰ ਸਿੰਘ ਤੇ ਸੁਕੀਰਤ ਸਿੰਘ, ਬਠਿੰਡਾ ਜ਼ਿਲ੍ਹੇ ਦੇ ਬੰਗੀ ਨਿਹਾਲ ਸਿੰਘ ਵਾਲਾ ਦੇ ਲਖਵੀਰ ਸਿੰਘ, ਸਿਮਰਨਜੀਤ ਸਿੰਘ ਤੇ ਸੰਦੀਪ ਸਿੰਘ, ਇਹਨਾਂ ਸਾਰਿਆਂ ਦੀ ਜ਼ਮਾਨਤ ਮਨਜ਼ੂਰ ਹੋਈ ਹੈ। ਇਹਨਾਂ ਸਾਰਿਆਂ ਨੂੰ ਪੱਛਮੀ ਬਿਹਾਰ ਦੀ FIR ਨੰਬਰ 22 ਤਹਿਤ ਧਾਰਾ 147, 148, 149, 186, 188, 269, 270, 323, 333, 353, 332, 120B ਤੇ 34 ਅਧੀਨ ਗ੍ਰਿਫਤਾਰ ਕੀਤਾ ਗਿਆ ਸੀ। ਸਿਰਸਾ ਨੇ ਭਰੋਸਾ ਜਤਾਇਆ ਕਿ ਗ੍ਰਿਫਤਾਰ ਕੀਤੇ ਗਏ ਬਾਕੀ ਕਿਸਾਨਾਂ ਦੀ ਵੀ ਜੇਲ੍ਹ 'ਚੋਂ ਰਿਹਾਈ ਜਲਦ ਹੋ ਜਾਏਗੀ। 26 ਜਨਵਰੀ ਨੂੰ ਕਿਸਾਨੀ ਅੰਦੋਲਨ ਵਿੱਚ ਸ਼ਹਾਦਤ ਪਾਉਣ ਵਾਲੇ ਨੌਜਵਾਨ ਕਿਸਾਨ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਬਾ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਪੁਲਿਸ ਵੱਲੋਂ 26 ਜਨਵਰੀ ਨੂੰ ਕੀਤੀ ਗਈ ਹਿੰਸਾ ਨੂੰ ਕੇਂਦਰ ਬਿੰਦੂ ਦੇ ਵਿੱਚ ਲਿਆਉਣ। ਜਲੰਧਰ ਦੇ ਵਿੱਚ ਨਵਰੀਤ ਦੇ ਦਾਦਾ ਪਹੁੰਚੇ ਹੋਏ ਸੀ। ਉੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਤੇ ਲੋਕਾਂ ਨੂੰ ਸੱਦਾ ਵੀ ਦਿੱਤਾ ਕਿ ਜੇ ਦੇਸ਼ ਦੇ ਸੰਵਿਧਾਨ ਤੇ ਤਿਰੰਗੇ ਨੂੰ ਬਚਾਉਣਾ ਹੈ ਤਾਂ ਘਰਾਂ 'ਚੋਂ ਬਾਹਰ ਨਿਕਲੋ। ਡਿਬਡਬਾ ਨੇ ਕਿਹਾ ਕਿ ਇਨਸਾਫ ਦੀ ਲੜਾਈ ਅਸੀਂ ਲੜ ਰਹੇ ਹਾਂ, ਪਰ ਸੁਪਰੀਮ ਕੋਰਟ ਵੀ ਸ਼ੱਕ ਦੇ ਘੇਰੇ ਵਿੱਚ ਆਈ ਹੋਈ ਹੈ। ਇਹ ਦੇਸ਼ ਸੰਵਿਧਾਨ ਤੋਂ ਬਿਨਾਂ ਨਹੀਂ ਚੱਲ ਸਕਦਾ। BJP ਤੇ ਚੋਟ ਕਰਦਿਆਂ ਉਹਨਾਂ ਕਿਹਾ ਕਿ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਨਾਲ ਦੇਸ਼ ਨਹੀਂ ਚੱਲ ਸਕਦਾ। ਹਰਦੀਪ ਸਿੰਘ ਡਿਬਡਬਾ ਨੇ ਪੋਤੇ ਨਵਰੀਤ ਸਿੰਘ ਦੀ ਮੌਤ ਪੁਲਿਸ ਗੋਲੀ ਨਾਲ ਹੋਣ ਦੇ ਮੁੱਦੇ ਨੂੰ ਸੰਜੀਦਗੀ ਨਾਲ ਉਭਾਰਦਿਆਂ ਹਵਾਲਾ ਦਿੱਤਾ ਕਿ ਇੰਗਲੈਂਡ ਦੇ ਫੋਰੈਂਸਿਕ ਮਾਮਲਿਆਂ ਦੇ ਮਾਹਿਰ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਹੈ ਕਿ ਨਵਰੀਤ ਸਿੰਘ ਦੇ ਇੱਕ ਨਹੀਂ ਸਗੋਂ 2 ਗੋਲੀਆਂ ਵੀ ਲੱਗੀਆਂ ਹੋ ਸਕਦੀਆਂ ਨੇ। ਉਹਨਾਂ ਨੇ ਜਥੇਬੰਦੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਬੀਤੇ ਸਮੇਂ 'ਚ ਹੋਈਆਂ ਗਲਤੀਆਂ ਨੂੰ ਮੁੜ ਨਾ ਦੁਹਰਾਉਣ। ਇਸ ਮੌਕੇ ਨਾਲ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਮੌਜੂਦ ਸਨ। ਉਹਨਾਂ ਨੇ ਨਵਰੀਤ ਸਿੰਘ ਦੀ ਮੌਤ ਦੇ ਮਾਮਲੇ ਤੇ ਕੇਂਦਰ ਸਰਕਾਰ ਤੇ ਦਿੱਲੀ ਪੁਲਿਸ ਨੂੰ ਘੇਰਦਿਆਂ ਸਵਾਲ ਖੜੇ ਕੀਤੇ ਨੇ ਕਿ
ਕਿ ਜੇਕਰ ਪੁਲਿਸ ਨਵਰੀਤ ਦੀ ਮੌਤ ਦੁਰਘਟਨਾ ਨਾਲ ਹੋਈ ਦੱਸਦੀ ਹੈ ਤਾਂ ਫਿਰ ਉਸਨੇ 174 ਦੀ ਕਾਰਵਾਈ ਕਿਉਂ ਨਹੀਂ ਕੀਤੀ। ਪੋਸਟਮਾਰਟਮ ਦੀ ਰਿਪੋਰਟ ਵਿੱਚ ਗੋਲੀ ਲੱਗਣ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ, ਜਦਕਿ ਉੱਥੋਂ ਦੇ ਚਸ਼ਮਦੀਦਾਂ ਨੇ ਗੋਲੀ ਲੱਗਣ ਦਾ ਹੀ ਦਾਅਵਾ ਕੀਤਾ ਸੀ ਔਰ ਉਸਦੇ ਮੱਥੇ ਦੇ ਵਿੱਚ ਗੋਲੀ ਦਾ ਨਿਸ਼ਾਨ ਵੀ ਸੀ। ਖਹਿਰਾ ਨੇ ਅਪੀਲ ਵੀ ਕੀਤੀ ਹੈ ਕਿ ਜਿਨ੍ਹਾਂ ਪਰਿਵਾਰਾਂ ਦੇ ਨੌਜਵਾਨ ਲਾਪਤਾ ਨੇ ਉਹ ਸਾਡੇ ਨਾਲ ਸੰਪਰਕ ਕਰਨ ਤੇ ਜਲਦੀ ਹੀ ਆਪਣੇ ਸਾਥੀਆਂ ਨਾਲ ਫੈਸਲਾ ਕਰਕੇ ਅਸੀਂ ਇਸ ਕਾਰਵਾਈ ਨੂੰ ਅੱਗੇ ਲੈ ਕੇ ਜਾਵਾਂਗੇ। ਇਹ ਵੀ ਜਾਣਕਾਰੀ ਦਿੱਤੀ ਕਿ ਹਾਲੇ ਵੀ 19 ਨੌਜਵਾਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਉਹ ਕਿੱਥੇ ਲਾਪਤਾ ਨੇ। ਟਿੱਕਰੀ ਬਾਰਡਰ ਤੇ ਇੱਕ ਹੋਰ ਕਿਸਾਨ ਰਾਏਕੋਟ ਦੇ ਨੇੜਲੇ ਪਿੰਡ ਜੌਲਾਂ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦਿੱਲੀ ਮੋਰਚੇ ਵਿੱਚ ਸ਼ਾਮਿਲ ਮੋਗਾ ਜ਼ਿਲ੍ਹੇ ਦੇ ਵੀ ਇੱਕ ਕਿਸਾਨ ਜਗਦੇਵ ਸਿੰਘ ਉਰਫ ਜੱਗਾ ਦੀ ਮੌਤ ਹੋ ਗਈ ਹੈ। ਪੰਜਾਬ ਦੇ ਸੰਘਰਸ਼ੀ ਅਖਾੜਿਆਂ ਦੇ ਵਿੱਚ ਵੀ ਸਰ ਛੋਟੂ ਰਾਮ ਨੂੰ ਯਾਦ ਕੀਤਾ ਗਿਆ। ਕਿਸਾਨਾਂ ਨੇ ਲੰਮੇ ਸੰਘਰਸ਼ ਦਾ ਅਹਿਦ ਲਿਆ, ਸਮਾਜਿਕ ਕਾਰਕੁਨਾਂ ਦੇ ਖਿਲਾਫ ਕਾਰਵਾਈ ਦੀ ਨਿਖੇਧੀ ਕੀਤੀ, ਮੰਗਾਂ ਮਨਵਾਉਣ ਲਈ ਸੰਘਰਸ਼ ਤਿੱਖਾ ਕਰਨ ਦਾ ਵੀ ਸੱਦਾ ਦਿੱਤਾ ਗਿਆ। ਪਟਿਆਲਾ ਤੋਂ ਖਬਰ ਹੈ, ਜਿੱਥੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਦੇ ਪੁੱਤਰ ਸਤਵੀਰ ਸਿੰਘ ਦਰਦੀ ਉਮਰ ਸਿਰਫ 22 ਸਾਲ ਦੀ ਸੀ, ਉਹਨਾਂ ਦੀ ਮੌਤ ਹੋ ਗਈ। ਕੋਟਕਪੂਰਾ ਗੋਲੀकांड ਦੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਤੇ ਫਰੀਦਕੋਟ ਵਿੱਚ ਸੁਣਵਾਈ ਨਹੀਂ ਹੋ ਸਕੀ। ਸੈਣੀ ਦੇ ਵਕੀਲ ਨੇ ਜ਼ਮਾਨਤ ਦੀ ਅਰਜ਼ੀ ਤੇ ਬਹਿਸ ਕਰਨ ਲਈ ਅਦਾਲਤ ਕੋਲੋਂ ਕੁਝ ਸਮੇਂ ਦੀ ਮੰਗ ਕੀਤੀ ਸੀ, ਜਿਸ ਤੇ ਸੈਸ਼ਨ ਜੱਜ ਸੁਮੀਤ ਮਲਹੋਤਰਾ ਨੇ ਜ਼ਮਾਨਤ ਅਰਜ਼ੀ ਦੀ ਅਗਲੀ ਸੁਣਵਾਈ 23 ਫਰਵਰੀ ਨੂੰ ਪਾ ਦਿੱਤੀ ਹੈ। ਇਸ ਦੌਰਾਨ ਵਿਸ਼ੇਸ਼ ਜਾਂਚ ਟੀਮ ਨੇ ਸੁਮੇਧ ਸੈਣੀ ਖਿਲਾਫ ਗ੍ਰਹਿ ਵਿਭਾਗ ਪਾਸੋਂ ਉਸ ਖਿਲਾਫ ਕੇਸ ਚਲਾਉਣ ਲਈ ਦਿੱਤੀ ਮਨਜ਼ੂਰੀ ਨੂੰ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਕੱਲ੍ਹ ਪੇਸ਼ ਕਰ ਦਿੱਤਾ। ਇਸ ਮਨਜ਼ੂਰੀ ਪੱਤਰ ਵਿੱਚ ਗ੍ਰਹਿ ਵਿਭਾਗ ਨੇ ਕਿਹਾ ਹੈ ਕਿ ਸੁਮੇਧ ਸੈਣੀ ਖਿਲਾਫ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀकांड ਸੰਬੰਧੀ ਦਰਜ ਹੋਏ ਕੇਸ ਚਲਾਉਣ ਲਈ ਲੋੜੀਂਦੀ ਗਵਾਹੀ ਮੌਜੂਦ ਹੈ, ਇਸ ਲਈ ਉਸ ਖਿਲਾਫ ਕੇਸ ਚਲਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਹ ਸੱਦਾ ਪੱਤਰ ਕੱਲ੍ਹ ਜਾਂਚ ਟੀਮ ਨੇ ਅਦਾਲਤ ਨੂੰ ਸੌਂਪ ਦਿੱਤਾ। ਇਸ ਦਰਮਿਆਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਬਹਿਬਲ ਕਲਾਂ ਗੋਲੀकांड ਵਿੱਚ ਅਦਾਲਤ ਤੋਂ ਅਗਾਊਂ ਜ਼ਮਾਨਤ ਅਰਜ਼ੀ ਮੁੜ ਰੱਦ ਹੋਣ ਤੋਂ ਬਾਅਦ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਲੈਣ ਲਈ ਪਟੀਸ਼ਨ ਦਾਇਰ ਕਰ ਦਿੱਤੀ ਹੈ, ਜਿਸ ਤੇ 18 ਫਰਵਰੀ ਯਾਨੀ ਕਿ ਕੱਲ੍ਹ ਨੂੰ ਸੁਣਵਾਈ ਹੋਏਗੀ। ਸਾਕਾ ਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮ 19 ਫਰਵਰੀ ਤੋਂ ਸ਼ੁਰੂ ਹੋਣਗੇ ਤੇ ਕੱਲ੍ਹ ਨੂੰ ਸਿੱਖ ਸੰਗਤ 18 ਫਰਵਰੀ ਨੂੰ ਵਿਸ਼ੇਸ਼ ਜਥੇ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਏਗੀ, ਜਿੱਥੇ ਸਾਕਾ ਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਦੇ ਵਿੱਚ ਸੰਗਤ ਸ਼ਾਮਿਲ ਹੋਵੇਗੀ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਕਈ ਐਸਜੀਪੀਸੀ ਮੈਂਬਰ ਵੀ ਪਾਕਿਸਤਾਨ ਜਾ ਰਹੇ ਨੇ। ਐਸਜੀਪੀਸੀ ਵੱਲੋਂ 629 ਇੱਛੁਕ ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਪਾਕਿਸਤਾਨੀ ਸਫਾਰਤਖਾਨੇ ਭੇਜੇ ਗਏ ਸੀ, ਜਿਨ੍ਹਾਂ ਵਿੱਚੋਂ 124 ਲੋਕਾਂ ਨੂੰ ਵੀਜ਼ੇ ਨਹੀਂ ਮਿਲੇ, ਜਦਕਿ 505 ਸ਼ਰਧਾਲੂਆਂ ਨੂੰ ਵੀਜ਼ੇ ਦੇ ਦਿੱਤੇ ਗਏ ਨੇ। ਸਾਰੀ ਸੰਗਤ ਪਾਕਿਸਤਾਨ ਪਹੁੰਚੇਗੀ ਵਾਘਾ ਸਰਹੱਦ ਦੇ ਰਾਹੀਂ, ਜਿੱਥੇ 19 ਫਰਵਰੀ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਸ਼ਹੀਦੀ ਸਾਕੇ ਸੰਬੰਧੀ ਸ਼੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ। 21 ਫਰਵਰੀ ਨੂੰ ਭੋਗ ਪਾਏ ਜਾਣਗੇ। ਮੁੱਖ ਸਮਾਗਮ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਹੋਵੇਗਾ। ਇਸ ਤੋਂ ਬਿਨਾਂ ਸਿੱਖ ਸ਼ਰਧਾਲੂ 19 ਨੂੰ ਗੁਰਦੁਆਰਾ ਸੱਚਾ ਸੌਦਾ, 22 ਫਰਵਰੀ ਨੂੰ ਗੁਰਦੁਆਰਾ ਪੰਜਾ ਸਾਹਿਬ, 23 ਨੂੰ ਗੁਰਦੁਆਰਾ ਡੇਰਾ ਸਾਹਿਬ, 24 ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਰੋੜੀ ਸਾਹਿਬ ਦੇ ਦਰਸ਼ਨ ਕਰਨਗੇ। ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਮੈਡੀਕਲ ਸਿੱਖਿਆ ਵਿਭਾਗ ਦੇ ਵਿੱਚ ਖਾਲੀ ਅਸਾਮੀਆਂ ਜਲਦ ਭਰੀਆਂ ਜਾਣਗੀਆਂ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕਿਸਾਨਾਂ ਦੇ ਵੱਲੋਂ ਜਿਹੜੇ ਐਲਾਨ ਕੀਤੇ ਗਏ ਨੇ, ਸਭ ਤੋਂ ਵੱਡਾ ਐਲਾਨ ਹੈ ਪੰਜਾਬ ਦੇ ਵਿੱਚ ਐਲਾਨੀਆਂ ਮਹਾਪੰਚਾਇਤਾਂ ਰੱਦ ਕਰ ਦਿੱਤੀਆਂ ਗਈਆਂ ਨੇ। ਹਾਲਾਂਕਿ ਅੱਜ ਮਾਨਸਾ ਦੇ ਭਿੱਖੀ ਦੇ ਵਿੱਚ ਵੱਡੀ ਮਹਾਪੰਚਾਇਤ ਹੋਣ ਵਾਲੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਗਲੀਆਂ ਕਾਨਫਰੰਸਾਂ ਦੀ ਵਿਉਂਤਬੰਦੀ ਜਲਦੀ ਕਰਾਂਗੇ। ਫਿਲਹਾਲ ਸਾਰੀਆਂ ਕਾਨਫਰੰਸਾਂ ਰੱਦ ਕੀਤੀਆਂ ਜਾਂਦੀਆਂ ਨੇ, ਕਿਉਂਕਿ 18 ਫਰਵਰੀ ਦਾ ਰੇਲ ਰੋਕੋ ਅੰਦੋਲਨ ਬਹੁਤ ਅਹਿਮ ਹੈ। 18 ਫਰਵਰੀ ਨੂੰ ਰੇਲਾਂ ਰੋਕਣ ਦਾ ਸੱਦਾ ਕਿਸਾਨ ਲੀਡਰਾਂ ਨੇ ਦਿੱਤਾ ਹੈ ਤੇ ਇਸ ਨੂੰ ਸਫਲ ਬਣਾਉਣ ਦੀ ਅਪੀਲ ਵੀ ਕੀਤੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਸਿੰਘੂ ਬਾਰਡਰ ਤੇ ਪ੍ਰੈਸ ਕਾਨਫਰੰਸ ਕੀਤੀ। ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 18 ਫਰਵਰੀ ਨੂੰ ਪੂਰੇ ਦੇਸ਼ ਦੇ ਵਿੱਚ 4 ਘੰਟਿਆਂ ਦੇ ਲਈ ਰੇਲਾਂ ਰੋਕੀਆਂ ਜਾਣਗੀਆਂ, ਦੁਪਹਿਰੇ 12 ਤੋਂ ਸ਼ਾਮ 3 ਵਜੇ ਤੱਕ। ਦਾਅਵਾ ਕੀਤਾ ਹੈ ਕਿਸਾਨ ਲੀਡਰਾਂ ਨੇ ਕਿ ਹਰੇਕ ਸੂਬੇ ਵਿੱਚ ਇਸ ਸੰਘਰਸ਼ ਨੂੰ ਸਫਲ ਬਣਾਉਣ ਦੇ ਲਈ ਲੋਕਾਂ ਨੇ ਜ਼ਬਰਦਸਤ ਹੁੰਗਾਰਾ ਦਿੱਤਾ ਹੈ। ਕਿਸਾਨ ਲੀਡਰਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ, ਨੌਜਵਾਨ ਨੂੰ ਪੁਲਿਸ ਜਾਂਚ ਦੇ ਵਿੱਚ ਸ਼ਾਮਿਲ ਹੋਣ ਲਈ ਫੋਨ ਆਉਂਦਾ ਹੈ ਤਾਂ ਉਹ ਸਿੱਧਾ ਜਾ ਕੇ ਪੁਲਿਸ ਥਾਣੇ ਵਿੱਚ ਪੁਲਿਸ ਦੇ ਸਾਹਮਣੇ ਨਾ ਪੇਸ਼ ਹੋਵੇ, ਪੁਲਿਸ ਨੂੰ ਸਿੱਧਾ ਜਾ ਕੇ ਨਾ ਮਿਲੇ। ਜਿਹੜਾ ਸਾਡੇ ਵੱਲੋਂ ਲੀਗਲ ਸੈੱਲ ਬਣਾਇਆ ਗਿਆ ਹੈ ਉਸ ਦੇ ਨਾਲ ਸਲਾਹ ਕਰੇ। ਨੰਬਰ ਦਿੱਤੇ ਹੋਏ ਨੇ, ਕਿਸਾਨ ਏਕਤਾ ਮੋਰਚਾ ਨੇ ਨੰਬਰ ਜਾਰੀ ਕੀਤੇ ਨੇ। ਅਸੀਂ ਵੀ ਉਹ ਨੰਬਰ ਤੁਹਾਨੂੰ ਦਿਖਾਏ ਸੀ ਪਰਸੋਂ ਦੇ ਬੁਲੇਟਿਨ ਦੇ ਵਿੱਚ, ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਦੁਬਾਰਾ ਵੀ ਅਸੀਂ ਨੰਬਰ ਤੁਹਾਨੂੰ ਦਿਖਾ ਰਹੇ ਹਾਂ, ਤੁਸੀਂ ਨੋਟ ਕਰ ਸਕਦੇ ਹੋ। 26 ਤੇ 29 ਜਨਵਰੀ ਨੂੰ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੇ ਲਈ ਲੀਗਲ ਸੈੱਲ ਬਣਾਇਆ ਹੈ।
जानकारी दी है कि 44 FIRs दर्ज हुई ने ते जिन्ने किसानों को गिरफ्तार किया गया उन्होंने 10 किसानों दी जमानत हो चुकियां ने। किसानों ने कहा कि जेलों में बैठे किसानों को हरेक सहूलत असीं मुहैया करवा रहे हैं। पंजाब हरियाणा के किसान परिवार भी लीगल सैल दे नाल जरूर संपर्क करन। जथेबंदी हरेक केस की पैरवाई कर रही है। लोगों की गिणती वधाउण दे लई असीं पूरे देश के लोगों को लामबंद कर रहे हैं। जेकर सानू लोड़ पई तां अगे कॉन्फ्रेंसां करांगे। पिंडां तों लोग धड़ेबंदियां खत्म करके मोर्चे दे नाल जुड़ रहे ने। नाल ही किसान लीडरां ने यह भी कहा कि मौसम बदलण दे कारण किसान घरां नूं मुड़ रहे ने। ये सरकार दा वहम है, कोई किसान घरां नूं नहीं मुड़ रहा क्योंकि इत्थे असीं सारे प्रबंध कर रहे हैं। ठंड जा रही है, गर्मी आ रही है। इत्थे गर्मियां दे विच भी सड़कों ते बहना बहुत औखा है। लोहे दीयां ट्रालियां हुंदियां ने, वो गर्मी दे विच तपदियां बहुत ने, ठंड दे विच ठंडियां बहुत हुंदियां ने। इस करके पखे, कूलरां, बिजली, पानी दा वड्डे पद्धर ते प्रबंध किया जा रहा है। मोर्चा लंबा चलेगा। इहदे लई मानसिक तौर ते असीं सारे तैयार हाँ, तैयारी भी पूरी कर रहे हैं। तो मौसम जिवें करवट लै रहा है उवें ही समाज सेवी जथेबंदियां दे वल्लों भी मोर्चों दे विच किसानां दी हर सहूलत का ध्यान रखण दे लई प्रबंध किए जा रहे हैं। खास प्रबंध गर्मी के दिनों के विच पखियां दे हुंदे ने, कूलरां दे, पानी दे हुंदे ने, पीण वाले पानी की कोई कमी ना आवे ते गर्मी दे विच ना बैठना पवे। इस लई कूलर भी मंगवाए जा रहे हैं। बिजली प्रणाली लई आरजी कनैक्शनां दे लई बिजली निगम नूं दरखास्त देण दी तैयारी भी किसानां दे वल्लों कीती जा रही है। जे बिजली निगम ने कनैक्शन ना दिता तो किसान अंदोलन वाली थां ते जनरेटरां दा प्रबंध करनगे। अंदोलन वाली थां ते हरेक कैंप दे विच कूलर दिते जाणगे। कूलर दे ऑर्डर किसान लीडरां दे वल्लों दिते जा रहे ने। बिजली निगम नूं अंदोलन वाली थां ते 100 किलोवाट दा आरजी कनैक्शन देण दे लई कहा जाएगा। बिजली के सारे बिल किसान कमेटी भरेगी। राकेश टिकैत ने भी कहा है कि गर्मी बढ़न करके गाजीपुर बॉर्डर से भी असीं पूरे प्रबंध कर रहे हैं। इस दे नाल ही टिकरी बॉर्डर तो खबर मिली है, इत्थे एक नौजवान लगातार डटे हुए ने रमजान। उन्होंने जानकारी दी है कि नैशनल कार AC मोगा दे वल्लों ट्रालियां दे विच AC भी लवाए जाणगे। सो किसानां दे वल्लों हुण 18 फरवरी दे रेल रोको अंदोलन नूं सफल बनाउण दे लई पूरी जिहड़ी कोशिश है, पूरी तैयारी है, वो की जा रही है। संयुक्त किसान मोर्चा ने यह भी जानकारी दी है कि 16 फरवरी नूं किसानां वल्लों किसानी लहर दे मसीहा सर छोटू राम की जयंती मनाई गई। देश दीयां वख-वख किसान जथेबंदियां ने सर छोटू राम नूं याद करदिआं कहा कि छोटू राम ने अपनी मेहनत ते लगन दे बलबूते ते किसान भाईचारे नूं योग अगवाई दित्ती सी। अंग्रेज हुकूमत तो किसान हितां लई अहम 22 कानून पास करवाए सी। किसानां नूं शाहूकारां दे चुंगल चों मुक्त करवाया सी। देश भर के किसान हुण भी संघर्ष की राह ते ने। छोटू राम उन्हां दे लई प्रेरणा स्रोत ने। इस दे नाल हरियाणा के किसान लीडरां ने वड्डी मंग की है कि किसान विरोधी बयान देने वाले हरियाणे के मंत्रियों JP दलाल ते अनिल विज नूं तुरंत बर्खास्त किया जाए। इस संबंध में हरियाणे दीयां कुछ पंचायतां दे वल्लों मते भी पास किए गए ने। मुख मंत्री ते राज्यपाल दे नां मंग पत्र भी दिते गए ने। उत्तर प्रदेश के किसानों ने जानकारी दी है कि महंगाई वधन के बावजूद गन्ने के भाव उत्थे ही खड़े ने। कल्ले उत्तर प्रदेश में किसानों को गन्ने का बकाया लगभग 12,000 करोड़ रुपए हले देना है। यूपी सरकार दी किसान विरोधी नीतियां स्पष्ट ने। यूपी सरकार दी किसान विरोधी नीतियां बहुत स्पष्ट ने। इस करके यूपी के किसान इस अंदोलन में होर वध के शामिल होणगे, ये कहना है किसान लीडरां दा। यह भी दावा किया गया कि किसानी अंदोलन के समर्थन में तेलंगाना दे विच AIKMS वल्लों हज़ारां किसानां ते लोकां दी गिणती दे विच एक वड्डी रैली की गई है। किसान मजदूर संघर्ष कमेटी के लीडर सरवण सिंह पंधेर ते सतनाम सिंह पन्नू ने कहा है कि टूल किट षडयंत्र के नाम से देश दीयां धीआं नूं दिल्ली पुलिस गिरफ्तार कर रही है। ये गिरफ्तारियां बिल्कुल बंद कीतियां जाण, तुरंत दिशा रवि नूं रिहा किया जाए। इस दे नाल ही उन्होंने कहा कि अंदोलन नूं पवित्र कहण वाली सरकार अन्नदाता दा ही अपमान कर रही है। इस कमेटी के वल्लों भी सिंघू बॉर्डर के उत्ते अते पंजाब दे विच लगे वख-वख मोर्चों के उत्ते सर छोटू राम का जन्म दिहाड़ा मनाया गया अते 18 फरवरी के रेल रोको अंदोलन के लिए भी पूरी लामबंदी की जा रही है।
केंद्र सरकार जनतक खेत्र के बैंकों के निजीकरण का राह पद्धरा करने लई इसे साल यानी कि 2021 दे विच 2 कानूनों दे विच सोधां कर सकती है। ये सोधां मानसून सैशन या फिर बाद विच पेश कीतियां जा सकदियां ने। सरकार बैंकिंग कंपनीज एक्विजिशन एंड ट्रांसफर ऑफ अंडरटेकिंग्स एक्ट 1970 और बैंकिंग कंपनीज एक्विजिशन एंड ट्रांसफर ऑफ अंडरटेकिंग्स कानून 1980 दे विच सोध करेगी। 2 कानून ने 1970 का 1980 का, इन्हां दे विच सोध करेगी तो सरकारी बैंकों के निजीकरण का राह पद्धरा हो जाऊगा। इन्हां कानूनों के तहत बैंकों का निजीकरण होया सी ते इन्हां दे विच सोध करके हुण सरकारी बैंकों के निजीकरण का राह भी मोदी सरकार खोलण जा रही है। हिंदुस्तान टाइम्स दे विच खबर छपी है कि निजीकरण के लिए 4 बैंकों के नाम भारत सरकार ने शॉर्टलिस्ट भी कर लए ने। समाचार एजेंसी रॉयटर्स के हवाले दे नाल हिंदुस्तान टाइम्स ने लिखा है कि निजीकरण लई बैंक ऑफ महाराष्ट्र, बैंक ऑफ इंडिया, इंडियन ओवरसीज बैंक ते सेंट्रल बैंक ऑफ इंडिया का नाम शॉर्टलिस्ट कर लिया गया। 4 वड्डियां बैंकों के नाम ने। हालांकि अखबार ने यह भी लिखा है कि 2 अधिकारियों ने नाम ना जाहिर करने की शर्त ते दस्या है कि हाले तक ये मामला जनतक नहीं होया, यानी कि अंदरों अंदरी हुण सरकारी बैंकों के निजीकरण की भी पूरी जिहड़ी ब्योंतबंदी है घड़ी जा रही है। इन्हां दे विचों 2 बैंकों नूं वित्ती साल 2021-22 दे विच वेच दिता जाऊगा, यानी कि वड्डे व्यापारियों नूं वेच दिता जाऊगा, वड्डे कारपोरेटां नूं वेच दिता जाऊगा, जिहड़े कि इन्हां बैंकों नूं अपने हत्थ दे विच लै लैणगे, इन्हां दा निजीकरण करनगे। अधिकारियों के हवाले नाल अखबार ने यह भी लिखा है कि सरकार बैंकों के निजीकरण दी संभावनावां देखना चाहती है, इसलिए पहला छोटे ते जिहड़े मीडियम साइज के बैंकों का निजीकरण किया जाएगा। इस तो बाद आने वाले सालों में देश के वड्डे बैंकों का निजीकरण भी संभव है। बैंक ऑफ महाराष्ट्र दे विच कुल मुलाजमां की जिहड़ी संख्या हैगी है वह 13,000 के आस पास है, इस करके इनू वेचना सौखा होएगा। इस कारण हो सकता है कि इस बैंक का निजीकरण सब तो पहला होवे। बैंक ऑफ महाराष्ट्र के जिहड़े मुलाजम ने उन्हां ते गाज डिग सकती है। निजीकरण का नुकसान की हुंदा है? मुल्क दे विच आम तौर पर चर्चा हुंदी रहिंदी है कि जिहड़े भी सैक्टर का निजीकरण हुण तक होया है वह बर्बाद ही होए ने। चाहे तुसीं सरकारी स्कूलों की गल कर लो, सरकारी स्कूलों का निजीकरण हो गया, प्राइवेट स्कूल आ गए तो सरकारी स्कूल खत्म हो गए। इस तरह जिहड़ियां भी चीज़ां सरकारी चीज़ों का निजीकरण होया, प्राइवेटाइजेशन होया, वो सरकारी अदारे ने जिहड़े वो खत्म होंदे रहे ने ते यही हाल बैंकों का होने वाला है। दिल्ली पुलिस ने 74वां स्थापना दिवस मनाया है। इस मौके दिल्ली पुलिस के कमिश्नर SN श्रीवास्तव ने कहा है कि दिशा की गिरफ्तारी की प्रक्रिया बिल्कुल सही है, यानी कि वातावरण कारकुन 22 साल की दिशा रवि की गिरफ्तारी बिल्कुल सही है। कानून 22 साल या 50 साल दे विच कोई फर्क नहीं करता। उन्होंने कहा है कि वातावरण कारकुन दिशा रवि की गिरफ्तारी कानून मुताबिक की गई है। एक गलत है जदों लोग इहो जिहियां गल्लां फैलाउंदे ने कि 22 साला वातावरण कारकुन दिशा की गिरफ्तारी बहुत ही कमियां दे नाल भरी हुई है। दिशा रवि नूं लंघे शनिचरवार बेंगलौर तो 3 खेतीबाड़ी कानूनां नाल जुड़े किसानां दे विरोध प्रदर्शन नाल संबंधित टूलकिट नूं सोशल मीडिया ते साझा करन दा दोष ला के गिरफ्तार कीता सी ते दिशा रवि दी गिरफ्तारी दे खिलाफ कौमांतरी पद्धर ते आवाज उठी है। लगातार आवाज बुलंद हो रही है। जिहड़े वकील हैगे ने, सीनियर वकील रेबेका ने भी इस ते वड्डे सवाल चुके ने कि दिशा रवि दी जिस तरीके दे नाल गिरफ्तारी कीती है, जिवें उसनूं कोर्ट दे विच पेश किया गया, फिर बिना उसके कौंसल की हाज़री तो उसनूं रिमांड ते भी भेज दिता गया, बिल्कुल ही उल्लंघना है भारत के संविधान की, भारत के कानून की। पर दिल्ली पुलिस ने कह दिता है कि प्रक्रिया जिहड़ी गिरफ्तारी की उस दे विच कोई कमी नहीं है, बिल्कुल सही गिरफ्तारी हुई है ते अदालत दे विच पेश किया गया तो अदालत ने भी रिमांड दिता। इसका मतलब सब कुछ सही होया। ते दिल्ली पुलिस ने जूम नूं भी चिट्ठी लिख दी है, क्योंकि खबर मिल रही है कि दिल्ली पुलिस हुण किसान लीडरां नूं भी टूलकिट मामले दे विच लपेटे च लैण दी कोशिश कर रही है। किसान लीडरां दी भूमिका की जांच करेगी, फंडिंग की भी जांच करेगी। टूलकिट के मामले में किसान लीडरां नूं फसाउण की तैयारी किवें आखिरकार पुलिस कर रही है? दिल्ली पुलिस ने टूलकिट मामले में जूम नूं चिट्ठी लिखी है, पहला गूगल नूं भी चिट्ठी लिखी सी ते टूलकिट जारी करने वाले कंप्यूटर का IP एड्रैस मंगिया सी ते हुण जूम नूं चिट्ठी लिख के मंगी है जानकारी कि 11 जनवरी नूं ऑनलाइन सैशन दे विच किहड़े-किहड़े लोग शामिल होए सी, इसकी जानकारी दित्ती जावे। पुलिस के मुताबिक खालिस्तान पक्षी एक ग्रुप वालों कथित तौर पर किसान अंदोलन की हमायत करने लई
11 जनवरी ਨੂੰ ਜ਼ੂਮ ਦੀ ਇੱਕ ਬੈਠਕ ਕੀਤੀ ਗਈ ਸੀ ਜਿਹਦੇ ਵਿੱਚ ਮੁੰਬਈ ਦੀ ਵਕੀਲ ਨਿਕਿਤਾ ਜੈਕਬ ਤੇ ਪੁਣੇ ਦੇ ਇੰਜੀਨੀਅਰ ਸ਼ਾਂਤਨੂ ਸਣੇ 70 ਦੇ ਕਰੀਬ ਲੋਕ ਸ਼ਾਮਿਲ ਹੋਏ ਸੀ ਤੇ ਦਿੱਲੀ ਪੁਲਿਸ ਇਸ ਨੂੰ ਦਿੱਲੀ ਦੀ 26 ਜਨਵਰੀ ਦੀਆਂ ਘਟਨਾਵਾਂ ਦੇ ਨਾਲ ਜੋੜ ਕੇ ਦੇਖ ਰਹੀ ਹੈ ਕਿ ਗਣਤੰਤਰ ਦਿਵਸ ਦੀ ਹਿੰਸਾ ਤੋਂ ਕੁਝ ਦਿਨ ਪਹਿਲਾਂ ਹੀ ਜ਼ੂਮ ਐਪ ਦੇ ਰਾਹੀਂ ਇਹ ਸਾਰੇ ਲੋਕ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸੀ ਤੇ ਪੁਲਿਸ ਇਹ ਜਾਣਨਾ ਚਾਹੁੰਦੀ ਹੈ ਕਿ ਇਸ ਜ਼ੂਮ ਮੀਟਿੰਗ ਦੇ ਵਿੱਚ ਕੀ ਕੋਈ ਕਿਸਾਨ ਲੀਡਰ ਵੀ ਸ਼ਾਮਿਲ ਹੋਏ ਸੀ। ਫੰਡਿੰਗ ਦੀ ਵੀ ਜਾਂਚ ਕੀਤੀ ਜਾਏਗੀ। ਹਾਲਾਂਕਿ ਦਿੱਲੀ ਪੁਲਿਸ ਨੂੰ ਹਾਲੇ ਗੂਗਲ ਤੋਂ ਵੀ ਕੋਈ ਜਵਾਬ ਨਹੀਂ ਮਿਲਿਆ ਹੈ। ਗੂਗਲ ਦੇ ਜਵਾਬ ਦੀ ਉਡੀਕ ਕਰ ਰਹੀ ਹੈ। ਹੁਣ ਜ਼ੂਮ ਕਦੋਂ ਜਵਾਬ ਦਿੰਦਾ ਹੈ ਦਿੱਲੀ ਪੁਲਿਸ ਨੂੰ ਇਹ ਵੀ ਦੇਖਣਾ ਅਹਿਮ ਰਹੇਗਾ। ਦਿੱਲੀ ਪੁਲਿਸ ਨੇ ਆਪਣੀ ਜਿਹੜੀ ਜਾਂਚ ਕੀਤੀ ਹੈ ਹੁਣ ਤੱਕ ਉਸ ਜਾਂਚ ਦੇ ਵਿੱਚ ਹੀ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਦਿੱਲੀ ਪੁਲਿਸ ਨੇ ਕਿਹਾ ਕਿ 6 ਦਸੰਬਰ ਨੂੰ ਜੋ ਗਰੁੱਪ ਬਣਾਇਆ ਗਿਆ ਸੀ ਉਸ ਦਾ ਨਾਮ ਇੰਟਰਨੈਸ਼ਨਲ ਫਾਰਮਰਸ ਸਟ੍ਰਾਈਕ ਸੀ। ਦਿਸ਼ਾ ਰਵੀ ਦੇ ਮਾਮਲੇ ਦੇ ਵਿੱਚ ਦਿੱਲੀ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਨੇ ਦਿੱਲੀ ਪੁਲਿਸ ਦੇ ਸਾਈਬਰ ਕ੍ਰਾਈਮ ਦੇ ਕਮਿਸ਼ਨਰ ਨੂੰ ਨੋਟਿਸ ਭੇਜਿਆ। ਨੋਟਿਸ ਭੇਜ ਕੇ FIR ਦੀ ਕਾਪੀ ਮੰਗੀ ਹੈ ਕਿ ਦਿਸ਼ਾ ਰਵੀ ਦੇ ਖਿਲਾਫ ਜਿਹੜੀ FIR ਦਰਜ ਕੀਤੀ ਗਈ ਹੈ ਉਹ ਕਾਪੀ ਮੁਹੱਈਆ ਕਰਵਾਈ ਜਾਵੇ ਅਤੇ ਉਸ ਨੂੰ ਜਿਸ ਤਰੀਕੇ ਦੇ ਨਾਲ ਅਦਾਲਤ ਦੇ ਵਿੱਚ ਬਿਨਾਂ ਕੌਂਸਲ ਤੋਂ ਪੇਸ਼ ਕੀਤਾ ਗਿਆ ਹੈ, ਜਿਵੇਂ ਉਸ ਨੂੰ ਰਿਮਾਂਡ ਤੇ ਭੇਜਿਆ ਗਿਆ ਹੈ, ਉਸ ਦੀ ਵੀ ਸਾਰੀ ਰਿਪੋਰਟ ਦਿੱਲੀ ਦੇ ਮਹਿਲਾ ਕਮਿਸ਼ਨ ਚੇਅਰਪਰਸਨ ਨੇ ਮੰਗ ਲਈ ਹੈ। ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਦਿੱਲੀ ਤੇ ਬੰਗਲੌਰ ਦੇ ਵਿਦਿਆਰਥੀਆਂ ਨੇ ਰੋਸ ਮੁਜ਼ਾਹਰਾ ਕੀਤਾ ਦਿਸ਼ਾ ਰਵੀ ਦੀ ਗ੍ਰਿਫਤਾਰੀ ਦੇ ਖਿਲਾਫ ਅਤੇ ਮੰਗ ਕੀਤੀ ਹੈ ਕਿ ਦਿਸ਼ਾ ਰਵੀ ਨੂੰ ਤੁਰੰਤ ਰਿਹਾ ਕੀਤਾ ਜਾਵੇ। स्टूडेंट एक्टिविस्ट्स ऑफ ऑल इंडिया स्टूडेंट्स एसोसीएशन यानी कि आयसा दे वल्लों दिल्ली पुलिस हैडक्वार्टर दे बाहर रोस मुजाहरा किया गया। हत्थां दे विच पोस्टर फड़े सी, दिशा दी रिहाई दी मंग की जा रही है। इनकलाब जिंदाबाद दे नारे भी लाए अते दिशा रवि को रिहा करो ये जिहड़े स्लोगन ने वो भी हत्थां दे विच फड़े हुए सी। दिल्ली दी अदालत ने गणतंत्र दिवस हिंसा मामले दे विच पंजाबी अदाकार दीप सिद्धू जिसनूं गिरफ्तार किया गया सी कुछ दिन पहला हुण पुलिस हिरासत दे विच 7 दिनां दा वाधा कर दिता, यानी कि दीप सिद्धू तो 7 दिन होर दिल्ली पुलिस पुछगिछ करेगी। सिद्धू नूं 9 फरवरी नूं हरियाणा के करनाल बाईपास तो गिरफ्तार किया गया सी। दिल्ली पुलिस दीप सिद्धू नूं लाल किले दे विच हुई हिंसा दा मुख मुलजम मन रही है। दिल्ली मोर्चे विच शामिल मोगा जिले दा एक होर किसान शहीद हो गया। मोगा जिले दे बागा पुराना कस्बा नेड़ले पिंड कोटला मेहर सिंह वाला दे भारती किसान यूनियन क्रांतिकारी दे नाल जुड़े किसान जगदेव सिंह उर्फ जग्गा उम्र 50 साल दी सी। उन्हां दी दिल्ली दे कुंडली बॉर्डर विखे बीमारी दी हालत विच घर परतन तो बाद हस्पताल दे विच मौत हो गई है। यूनियन दे सूबा लीडर गुरदीप सिंह वैरोके ने दस्सिया कि किसान जगदेव सिंह दिल्ली मोर्चे दौरान सेहत विगड़न करके मोगा के प्राइवेट हस्पताल विच दाखिल होया सी। उथों फरीदकोट मैडिकल कॉलेज रैफर किया गया, फिर बठिंडा के निजी हस्पताल भेजा गया जिथे जगदीप सिंह ने आखिरी साह लए ने बचाया नहीं जा सकिया। किसान लीडर जगजीत सिंह डल्लेवाला ने मीडिया दे नाल गलबात करके दावा किया है कि किसानां नूं यानी कि साडे संघर्ष नूं हर वर्ग के लोगों का साथ मिल रहा है। किसानी अंदोलन विच भी सारे धर्मां दे लोग शामिल ने, कोई हवन करदा है, कोई नमाज पढ़दा है, कोई नितनेम करदा है, गुरबाणी पढ़दा है, सारे ही लोग सानूं सहयोग दे रहे ने। डल्लेवाला ने कहा कि हरियाणा दीयां खापां भी साडे नाल मोढे नाल मोढा जोड़ के चल रहीआं ने। उन्होंने कहा कि एक सवाल जिहड़ा मीडिया ने पूछा तो डल्लेवाला ने कहा कि कल्ले लखे सिधाणा की गल नहीं, इस अंदोलन के हर बेकसूर की असीं मदद करांगे। एक वड्डा बयान संयुक्त किसान मोर्चे के लीडर ने दिता है क्योंकि हुण तक ही सवाल उठते रहंदे ने कि किसान लीडर ने जिहड़े वो बाकी किसानां की रिहाई की मंग तां करदे ने पर जिहड़े लखा सिधाणा ਜਾਂ फिर दीप सिद्धू है उन्हां बारे कोई भी ਜਿਹੜਾ ਹੈਗਾ ਉਹਨਾਂ ਦੀ ਰਿਹਾਈ ਲਈ ਕੋਈ ਬਿਆਨ ਕਿਉਂ ਨਹੀਂ ਦਿੱਤਾ ਜਾਂਦਾ। ਤਾਂ ਡੱਲੇਵਾਲਾ ਨੇ ਇੱਕ ਗੋਲਮੋਲ ਜਾਂ ਉੱਤਰੇ ਨੂੰ ਕਹਿ ਸਕਦੇ ਆ। ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨ ਅੰਦੋਲਨ ਦੇ ਹਰੇਕ ਬੇਕਸੂਰ ਦੇ ਨਾਲ ਖੜੇ ਆ, ਪਰ ਇਹ ਗੱਲ ਨਹੀਂ ਉਹਨਾਂ ਨੇ ਸਾਫ਼ ਕੀਤੀ ਕਿ ਉਹ ਲੱਖਾ ਸਿਧਾਣਾ ਨੂੰ ਬੇਕਸੂਰ ਮੰਨਦੇ ਨੇ ਜਾਂ ਫਿਰ ਕਸੂਰਵਾਰ। ਹੁਣੇ ਖਬਰ ਮਿਲ ਰਹੀ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਵਾਤਾਵਰਣ ਕਾਰਕੁਨ 22 ਸਾਲ ਦੀ ਦਿਸ਼ਾ ਰਵੀ ਦੇ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ। ਪਰਿਵਾਰਿਕ ਮੈਂਬਰ 15 ਮਿੰਟ ਦੇ ਲਈ ਦਿਸ਼ਾ ਰਵੀ ਦੇ ਨਾਲ ਮੁਲਾਕਾਤ ਕਰ ਸਕਦੇ ਨੇ। इसे दे नाल ही खबर मिल रही है कि दिल्ली दे विच हरियाणा दे एक गायक दे खिलाफ भी FIR दर्ज की गई है। दोष लग्या कि इस गायक ने प्रधानमंत्री नरेंद्र मोदी के खिलाफ गाना गाया, उस गाने दे विच इतराजयोग भाषा की वरतों की है। गायक का नाम अजय हुड्डा है ते हरियाणा के रहने वाला है। किसानी अंदोलन नूं लैके अजय ने हरियाणवी दे विच एक गाना गाया सी, सोशल मीडिया ते काफ़ी वायरल होया है, मशहूर होया। मोर्चों दे विच भी गाना लगातार वजदा है, पर दिल्ली पुलिस ने
ਇਹ ਇਲਜ਼ਾਮ ਲਾਇਆ ਕਿ ਇਸ ਗਾਣੇ ਦੇ ਵਿੱਚ ਪ੍ਰਧਾਨ ਮੰਤਰੀ ਦੇ ਖਿਲਾਫ ਗਲਤ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਅਜੇ ਹੁੱਡਾ ਨੇ ਆਪਣੇ ਗਾਣੇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਸੀ। ਅਜੇ ਹੁੱਡਾ ਹਰਿਆਣਾ ਦਾ ਮੰਨਿਆ ਪਰਮੰਨਿਆ ਗਾਇਕ ਹੈ। ਉਸਦੇ ਗਾਣੇ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਹੁੰਦੇ ਨੇ। ਪਿਛਲੇ ਦਿਨਾਂ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਸਮਰਪਿਤ ਗਾਇਆ ਗੀਤ YouTube ਤੇ ਕਾਫੀ ਛਾਇਆ ਹੋਇਆ ਹੈ। सिर्फ इन्ना ही नहीं, किसान अंदोलन नूं लैके हो रहे वड्डे इकट्ठां दे विच भी अजय हुड्डा शामिल हो रहे ने ते किसानी अंदोलन की हमायत करदियां गाने गा रहे ने। पंजाब दे कई मशहूर गायकां ने किसान अंदोलन नूं लैके गाने गाए ने जो काफ़ी मशहूर होए ने, पर कुछ दिन पहलां YouTube दे वल्लों कई गायकां दे गाने हटा भी दिते गए, जिस दे विच कंवर गरेवाल दा गाना ऐलान भी शामिल है। ते हरियाणा दे इस गायक दे खिलाफ तां दिल्ली पुलिस ने FIR ही दर्ज कर लई है। ते हरियाणा दे सेहत मंत्री अनिल विज के खिलाफ भी हरियाणा दे लोकां दे वल्लों खास करके किसानां दे वल्लों परचा दर्ज करन दी मांग की जा रही है। अनिल विज ने दिशा रवि की गिरफ्तारी ते बयान दिता सी। बहुत ही नफरत भरिया बयान सी कि देश विरोध का बीज जिहदे भी दिमाग च होवे उसका बीज नाश हो जाना चाहिए, भावें वो दिशा रवि होवे जां फिर कोई होर होवे। अनिल विज ने जिवें ही ये ट्वीट किया तो ट्विटर के उत्ते अनिल विज का तिखा विरोध होने लग्या सी। लोगों ने अनिल विज का ट्वीट हटाउण की मांग की सी। ट्विटर ने यह ट्वीट हटाउण तो इनकार कर दिता सी। ये बयान दिता ट्विटर ने यह अपनी स्टेटमेंट जारी की कि इस ट्वीट दे विच सानू कुछ भी आपत्तिजनक नहीं लग्या, इस करके असीं ट्वीट नहीं हटा रहे। तो इस ट्विटर के इस जवाब नू भी अनिल विज ने साझा किया सी ते हुण अनिल विज के खिलाफ परचा दर्ज करन दी मांग की जा रही है। संयुक्त किसान मोर्चा के सदे ते 16 फरवरी नू पूरे देश दे विच सर छोटू राम का जन्मदिन मनाया गया। संयुक्त किसान मोर्चे ने कुछ दिन पहला सद्दा दिता सी। 15 फरवरी नू फिर उन्होंने याद करवाया सी कि 16 फरवरी नू पूरे देश दे विच सर छोटू राम दियां किसानी दे हक दे विच जो जंगां लड़ियां गईयां सी, जो उन्हां दी देन है किसानां नू, उसनू याद करदे होए सर छोटू राम का जन्मदिन मनाया जावे। शहरां दे विच, कस्बियां दे विच, पिंडां दे विच समागम करवाए जाण अते तस्वीरां भी संयुक्त किसान मोर्चे ने साझीआं कीतीआं ने, जिस विच उन्हां ने दस्सिया है कि सर छोटू राम नू याद करदिआं उन्हां दी जयंती मनाई जा रही है। पंजाब सरकार 2013 वाला कॉन्ट्रैक्ट फार्मिंग कानून रद्द कर सकती है। तुसीं भी सुन के हैरान होवोगे कि की पंजाब दे विच 2013 दे विच ही कॉन्ट्रैक्ट फार्मिंग कानून लागू हो चुका है। सरकार ने कहा कि कानून बजट सैशन दे विच रद्द किया जा सकता है। पंजाब कांग्रेस के प्रधान सुनील जाखड़ ने इसके संकेत दिते ने। सुनील जाखड़ ने एक निजी टीवी चैनल नाल गलबात करदिआं कहा कि कॉन्ट्रैक्ट फार्मिंग कानून नूं रद्द करन लई असीं मुख मंत्री कैप्टन अमरिंदर सिंह नाल गल करांगे। ये कानून अकाली बीजेपी सरकार वेले 2013 दे विच पास किया गया सी। पंजाब दे विच ये उन्हां ने खुलासा किया। जाखड़ ने कहा कि अकालियां वल्लों पास किए गए इस कानून नूं कैप्टन सरकार रद्द करन ते विचार कर सकती है। केंद्रीय खेती कानूनों खिलाफ उठे रोह तो बाद बीजेपी लगातार सवाल चुक रही है कि पंजाब दे विच कॉन्ट्रैक्ट खेती संबंधी खेती कानून पहलां तो ही बनया होया, पहलां तो ही पंजाब सरकार पास कर चुकी है 2013 दे विच। पिछले दिनी संसद दे विच बोलदिआं खेतीबाड़ी मंत्री नरेंद्र तोमर ने भी कहा सी कि तुहाडी पंजाब सरकार तां पहलां ही ये कानून लागू कर चुकी है, तुहाडे लई सज़ावां भी निर्धारित कीतियां गईयां ने, पर कैप्टन सरकार ने कहा कि ये कानून है जिहड़ा पंजाब दे विच लागू नहीं हैगा, इसनूं जल्दी रद्द किया जाऊगा। अकाली दल के लीडरां की गल कर लईए तो उन्हां दा कहना है कि असीं तां पहलां ही कह चुके हैं कि जे कोई साडी सरकार वेले भी किसानां दे खिलाफ कुछ भी लागू होया तो उसनूं रद्द कर दिता जावे। ये उन्हां ने पक्ष दिता है। इस दरम्यान 19 फरवरी नूं पंजाब कैबिनेट की अहम बैठक भी होने जा रही है। इस बैठक दे विच भी ये जिहड़ा 2013 वाला कॉन्ट्रैक्ट फार्मिंग कानून है, इस ते कोई ना कोई विचार चर्चा हो सकती है। पंजाबी संघर्ष दे विच पहले दिन तो ही डटे हुए पंजाबी गायक हरभजन मान ने हुणे एक नवा गाना रिलीज़ किया, जिसके बोल ने अक्सर दिसनों रह जांदा ए घोल दा दूजा पासा, मापियां दे चेहरे तो उड्डिया सदा सदा लई हासा। खास तौर पर गीत समर्पित है उन्हां किसान परिवारां नूं जिन्हां दे जी इस दुनिया नूं अलविदा कह गए ने, जिन्हां दे जवान पुत किसानी संघर्ष के लेखे अपनी जिंदड़ी ला गए ने। हुण तक 250 के करीब किसानां दी इस संघर्ष दे विच मौत हो चुकी है। सरकारां दे मंत्री भावें मौतां दा मजाक उड़ा रहे होण, पर लोग एक दूजे दा दर्द वंडाउण दे लई जरूर पहुंचते ने। किसानी जज्बियां की कहानी लैके घरों तुरे पंजाब के पिंडां के किसानां ने शायद नहीं सोचा होना कि वह मुड़ के अपने परिवार का मूँह नहीं देख सकणगे। परिवारक मैंबरां ने भी नहीं सोचा होना कि
ਉਹਨਾਂ ਦੇ ਜੀ ਜਿਉਂਦੇ ਘਰ ਵਾਪਸ ਨਹੀਂ ਆਉਣਗੇ, ਬਲਕਿ ਲਾਸ਼ਾਂ ਬਣ ਕੇ ਆਉਣਗੇ। ਇੱਕ ਤੋਂ ਬਾਅਦ ਇੱਕ ਹੋਈਆਂ ਕਿਸਾਨਾਂ ਦੀਆਂ ਮੌਤਾਂ ਦੇ ਨਾਲ ਕੇਂਦਰ ਦੀ ਮੋਦੀ ਸਰਕਾਰ ਦਾ ਦਿਲ ਨਹੀਂ ਪੰਘ ਰਿਹਾ। ਅਸੰਵੇਦਨਸ਼ੀਲਤਾ ਦਾ ਦੌਰ ਲਗਾਤਾਰ ਚੱਲ ਰਿਹਾ ਹੈ, ਪਰ ਇਸ ਦੌਰਾਨ ਸਮਾਜਿਕ ਸੰਸਥਾਵਾਂ ਇਹਨਾਂ ਪੀੜਤ ਪਰਿਵਾਰਾਂ ਦੇ ਲਈ ਜ਼ਰੂਰ ਕੁੱਦੀਆਂ ਨੇ। ਸਿਆਸਤ ਦੀਆਂ ਖੇਡਾਂ, ਚਾਲਾਂ ਤੇ ਲੱਗਦੇ ਲਾਂਛਣਾਂ ਤੋਂ ਹੁੰਦਾ ਹੋਇਆ ਕਿਸਾਨੀ ਅੰਦੋਲਨ ਅੱਜ ਬੇਸ਼ੱਕ ਸਰਕਾਰ ਦੇ ਖੇਤੀ ਕਾਨੂੰਨਾਂ ਦੀਆਂ ਜੜ੍ਹਾਂ ਖੋਰਨ ਦੇ ਲਈ ਉਸੇ ਜਨੂੰਨ ਦੇ ਨਾਲ ਜੁਟਿਆ ਹੋਇਆ ਹੈ, ਪਰ ਇਸ ਅੰਦੋਲਨ ਦੇ ਲੇਖੇ ਆਪਣੀਆਂ ਜਾਨਾਂ ਲਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੇ ਘਰ ਦੇ ਵਿੱਚ ਮਾਤਮ ਜ਼ਰੂਰ ਹੈ, ਉਜਾੜਾ ਜ਼ਰੂਰ ਹੈ, ਭਾਵੇਂ ਕਿਸਾਨੀ ਅੰਦੋਲਨ ਪੂਰੇ ਜਨੂੰਨ ਦੇ ਵਿੱਚ ਹੈ। ਉਮੀਦ ਦਾ ਇੱਕ ਕਦਮ ਅੱਗੇ ਵਧਾਇਆ ਹੈ ਸੰਗਤ ਟਰਸਟ ਦੇ ਸੰਗਤ ਏਡ ਦੇ ਵੱਲੋਂ। ਇਸ ਏਡ ਦੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਹੁਣ ਤੱਕ ਪੰਜਾਬ ਤੇ ਹਰਿਆਣਾ ਦੇ 35 ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਮਾਲੀ ਮਦਦ ਦੇ ਕੇ ਆਪਣੇ ਤਿਲ ਫੁੱਲ ਭੇਂਟ ਕੀਤੇ ਗਏ ਨੇ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸੰਗਤ ਦਾ ਇਹ ਪੈਸਾ ਇਹਨਾਂ ਪਰਿਵਾਰਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸੌਂਪਿਆ ਜਾ ਰਿਹਾ ਹੈ। ਸੰਗਤ ਟੀਵੀ ਦੇ ਇੱਕ ਟਰਸਟੀ ਰਣਧੀਰ ਸਿੰਘ ਲੰਡਨ ਤੋਂ ਖੁਦ ਇੱਥੇ ਪਹੁੰਚੇ ਨੇ ਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੇ ਨਾਲ ਜਾ ਕੇ ਦੁੱਖ ਵੰਡਾ ਰਹੇ ਨੇ। ਸੰਗਤ ਵੱਲੋਂ ਸੇਵਾ ਦੇ ਰੂਪ 'ਚ ਭੇਜੇ ਗਏ ਇਹਨਾਂ ਪੈਸਿਆਂ ਨੂੰ ਲੋੜਵੰਦ ਪਰਿਵਾਰਾਂ ਦੇ ਹੱਥ ਤੱਕ ਪੁੱਜਦਾ ਕਰ ਰਹੇ ਨੇ। ਹੁਣ ਤੱਕ ਪੰਜਾਬ ਦੇ ਮੋਗਾ, ਮਾਨਸਾ, ਬਰਨਾਲਾ, ਹੁਸ਼ਿਆਰਪੁਰ, ਜਲੰਧਰ ਦੇ ਕਿਸਾਨ ਪਰਿਵਾਰਾਂ ਅਤੇ ਹਰਿਆਣੇ ਦੇ ਕੁਝ ਕਿਸਾਨ ਪਰਿਵਾਰਾਂ ਤੱਕ ਮਾਲੀ ਮਦਦ ਪਹੁੰਚਾਈ ਜਾ ਚੁੱਕੀ ਹੈ ਅਤੇ ਲਗਾਤਾਰ ਇਹ ਜਿਹੜੀ ਸੇਵਾ ਜਾਰੀ ਰਹੇਗੀ। ਸੰਗਤ ਏਡ ਦੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਜਿੰਨੇ ਵੀ ਕਿਸਾਨ ਇਸ ਘੋਲ ਦੇ ਵਿੱਚ ਆਪਣੀਆਂ ਜਾਨਾਂ ਗਵਾ ਰਹੇ ਨੇ, ਸਾਰੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੇਣ ਦਾ ਇਹਨਾਂ ਦੇ ਵੱਲੋਂ ਵਾਅਦਾ ਕੀਤਾ ਗਿਆ ਹੈ ਤੇ ਬਾਕੀ ਪਰਿਵਾਰਾਂ ਨੂੰ ਵੀ ਰੋਜ਼ਾਨਾ ਜਾ ਕੇ ਮਦਦ ਪਹੁੰਚਾਈ ਜਾ ਰਹੀ ਹੈ। ਸਰਕਾਰ ਨੇ ਭਾਵੇਂ ਕਿਸਾਨੀ ਅੰਦੋਲਨ ਨੂੰ ਤੋੜਨ ਦੇ ਲਈ ਕਈ ਪੈਂਤੜੇ ਘੜੇ ਨੇ, ਪਰ ਸਰਕਾਰ ਦੀਆਂ ਹੁਣ ਤੱਕ ਸਾਰੀਆਂ ਘੜੀਆਂ ਸਕੀਮਾਂ ਉਲਟੀਆਂ ਹੀ ਪਈਆਂ ਨੇ, ਸਾਰੀਆਂ ਫੇਲ ਹੋਈਆਂ ਨੇ। ਸਰਕਾਰ ਨੇ ਇਹ ਵੀ ਕਿਹਾ ਕਿ ਇਹ ਤਾਂ ਅਮੀਰ ਕਿਸਾਨ ਨੇ, 6-6 ਮਹੀਨੇ ਦਾ ਲੰਗਰ ਪਾਣੀ ਲੈ ਕੇ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਨੇ, ਇਹਨਾਂ ਨੂੰ ਕੀ ਚਾਹੀਦਾ। ਪਰ ਜ਼ਮੀਨੀ ਹਕੀਕਤ ਸ਼ਾਇਦ ਸਰਕਾਰ ਕਦੇ ਨਹੀਂ ਸਮਝ ਸਕਦੀ ਜਾਂ ਸ਼ਾਇਦ ਸਮਝਣਾ ਨਹੀਂ ਚਾਹੁੰਦੀ। ਬੁਢਲਾਡਾ ਦੇ ਲਖਮੀਰ ਵਾਲਾ ਪਿੰਡ ਦੇ ਕਿਸਾਨ ਹਰਮਿੰਦਰ ਸਿੰਘ, ਜਿਨ੍ਹਾਂ ਦੀ ਕਰੀਬ 70 ਸਾਲ ਦੀ ਉਮਰ ਸੀ, ਠੰਡ ਕਾਰਨ ਨਿਮੋਨੀਆ ਹੋਣ ਕਾਰਨ ਇਹਨਾਂ ਦੀ ਜਾਨ ਚਲੀ ਗਈ ਸੀ। ਕਿਸਾਨ ਮੋਰਚੇ ਦੇ ਪੁੱਤਰ ਨੇ ਦੱਸਿਆ ਕਿ ਉਹਨਾਂ ਕੋਲ ਸਿਰਫ ਤੇ ਸਿਰਫ 1.5 ਏਕੜ ਜ਼ਮੀਨ ਹੈ, ਜਿਹਦੇ ਨਾਲ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੋਊਗਾ ਤੁਸੀਂ ਖੁਦ ਸੋਚ ਸਕਦੇ ਹੋ। ਮਾਨਸਾ ਦੇ ਪਿੰਡ ਢਿੰਗੜ ਦੇ ਰਹਿਣ ਵਾਲੇ ਕਿਸਾਨ ਗੁਰਮੀਤ ਸਿੰਘ ਕੁੱਕੂ 24 ਤਰੀਕ ਨੂੰ ਦਿੱਲੀ ਗਏ ਸੀ, ਪਰ ਅਗਲੇ ਹੀ ਦਿਨ 25 ਨੂੰ ਉਹਨਾਂ ਦੀ ਮੌਤ ਹੋ ਗਈ। ਘਰ ਦੀ ਮਾਲੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ। ਮਾਨਸਾ ਦੇ ਪਿੰਡ ਟਿੱਬੀ ਹਰੀ ਸਿੰਘ ਦੇ ਕਿਸਾਨ ਬੂਟਾ ਸਿੰਘ ਦੀ ਉਮਰ ਵੀ 70 ਸਾਲ ਸੀ, ਜਾਨ ਵੀ ਠੰਡ ਨਾਲ ਨਿਮੋਨੀਆ ਹੋਣ ਕਰਕੇ ਗਈ ਹੈ। ਬੁਢਲਾਡਾ ਦੇ ਪਿੰਡ ਬਛਵਾਣਾ ਦੇ ਸ਼ਹੀਦ ਕਿਸਾਨ ਗੁਰਜੰਟ ਸਿੰਘ ਸੇਖੋਂ ਦੇ ਪਰਿਵਾਰ ਦੀ ਮਾਲੀ ਹਾਲਤ ਵੀ ਹੁਣ ਇੱਕ ਪੁੱਤਰ ਦੇ ਆਸਰੇ ਤੇ ਹੈ। ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪਿੰਡ ਸ਼ੇਰਦਾ ਦੇ ਅਮਰਪਾਲ, ਪਿੰਡ ਭਾਣ ਦੇ ਰਾਮ ਕੁਮਾਰ, ਪਿੰਡ ਮਸਤਗੜ੍ਹ ਦੇ ਜਸਪ੍ਰੀਤ ਸਿੰਘ, ਜ਼ਿਲ੍ਹਾ ਜੀਂਦ ਦੇ ਪਿੰਡ ਉਜਾਨਾ ਦੇ ਕਿਸਾਨ ਕਿਤਾਬ ਸਿੰਘ, ਹਿਸਾਰ ਦੇ ਪਿੰਡ ਛਾਨ ਦੇ ਰਾਮ ਮਿਹਰ ਅਤੇ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਗੁਮਥਾਨਾ ਦੇ ਸੁਰਿੰਦਰ ਸਿੰਘ ਦੇ ਪਰਿਵਾਰ ਨੂੰ ਵੀ 1 ਲੱਖ ਰੁਪਏ ਦੀ ਮਾਲੀ ਮਦਦ ਸੰਗਤ ਏਡ ਦੇ ਵੱਲੋਂ ਦਿੱਤੀ ਗਈ ਹੈ। ਹਾਲਾਂਕਿ ਜਦੋਂ ਸੰਘਰਸ਼ ਹੁੰਦੇ ਨੇ ਜਾਂ ਫਿਰ ਕੋਈ ਕੁਦਰਤੀ ਆਫਤਾਂ ਆਉਂਦੀਆਂ ਨੇ, ਉਹਨਾਂ ਦੇ ਵਿੱਚ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਹਰ ਹਾਲ ਦੇ ਵਿੱਚ ਰਾਖੀ ਕਰਨ। ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਮਾਲੀ ਮਦਦ ਜ਼ਰੂਰ ਦੇਣ, ਪਰ ਇੱਥੇ ਤਾਂ ਸਰਕਾਰਾਂ ਦੇ ਮੰਤਰੀ ਬਹੁਤ ਹੀ ਬੇਹੂਦਾ ਬਿਆਨਬਾਜ਼ੀ ਕਰ ਰਹੇ ਨੇ, ਪਰ ਲੋਕ ਇੱਕ ਦੂਸਰੇ ਦਾ ਦਰਦ ਹੈ ਜਿਹੜਾ ਉਹ ਜ਼ਰੂਰ ਵੰਡਾ ਰਹੇ ਨੇ। ਧੰਨਵਾਦ। ਤਲਵੰਡੀ ਸਾਬੋ ਤੋਂ ਖਬਰ ਹੈ, ਜਿੱਥੇ ਪਿੰਡ ਰਾਮਾ ਦੇ ਕਿਸਾਨ ਸਤਿੰਦਰ ਸਿੰਘ ਨੇ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਘਰ ਦੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਦੇ ਸਿਰ ਤੇ ਤਕਰੀਬਨ 7 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਸਤਿੰਦਰ ਹਰ ਵੇਲੇ ਪਰੇਸ਼ਾਨ ਰਹਿੰਦਾ ਸੀ। ਮ੍ਰਿਤਕ ਨੇ ਘਰ ਦੇ ਚੁਬਾਰੇ 'ਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਪੁਲਿਸ ਨੇ ਲਾਸ਼ ਦਾ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮਾਫ ਕਰਨ ਦੀ ਮੰਗ ਕੀਤੀ ਹੈ। 16 ਫਰਵਰੀ ਨੂੰ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ 3 ਬੂਥਾਂ ਤੇ ਮੁੜ ਤੋਂ ਵੋਟਾਂ ਪਾਈਆਂ ਗਈਆਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੇ ਸਮਾਣਾ ਦੇ 2 ਤੇ ਪਾਤੜਾਂ ਦੇ 1 ਬੂਥ ਤੇ ਮੁੜ ਤੋਂ
ਵੋਟਾਂ ਪਵਾਈਆਂ ਗਈਆਂ। ਪੰਜਾਬ ਚੋਣ ਕਮਿਸ਼ਨ ਨੇ ਇਸ ਦਾ ਹੁਕਮ ਦਿੱਤਾ ਸੀ। ਇਹਨਾਂ 3 ਬੂਥਾਂ ਤੇ ਹੋਈ VOTING ਨੂੰ ਰੱਦ ਕਰਦਿਆਂ ਨਵੇਂ ਸਿਰੇ ਤੋਂ ਪੋਲਿੰਗ ਕਰਵਾਉਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਇਹਨਾਂ 3 ਬੂਥਾਂ ਤੇ ਮੁੜ ਵੋਟਾਂ ਪਾਈਆਂ ਗਈਆਂ। ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ VOTING ਪ੍ਰਕਿਰਿਆ ਚੱਲੀ ਤੇ ਇਹਨਾਂ ਵੋਟਾਂ ਦੀ ਗਿਣਤੀ ਵੀ 17 ਫਰਵਰੀ ਨੂੰ ਹੀ ਹੋਵੇਗੀ। ਬਾਕੀ ਪੂਰੇ ਪੰਜਾਬ ਦੀਆਂ ਵੋਟਾਂ ਦੇ ਨਾਲ-ਨਾਲ 3 ਥਾਵਾਂ ਤੇ ਲੋੜੀਂਦੀ ਪੁਲਿਸ ਫੋਰਸ ਵੀ ਤੈਨਾਤ ਕੀਤੀ ਗਈ। ਨਗਰ ਕੌਂਸਲ ਸਮਾਣਾ ਦੇ ਵਾਰਡ ਨੰਬਰ 11 ਦੇ ਬੂਥ ਨੰਬਰ 22 ਅਤੇ 23 ਤੇ ਦੁਬਾਰਾ ਚੋਣ ਕਰਵਾਈ ਗਈ। ਇਸ ਦੇ ਨਾਲ ਹੀ ਪਾਤੜਾਂ ਦੇ ਵਾਰਡ ਨੰਬਰ 8 ਦੇ 11 ਨੰਬਰ ਬੂਥ ਤੇ ਮੁੜ ਜਿਹੜੀ VOTING ਹੈ ਉਹ ਕਰਵਾਈ ਗਈ। ਵੋਟਾਂ ਜਿਸ ਦਿਨ ਪਈਆਂ ਸੀ 14 ਫਰਵਰੀ ਨੂੰ, ਉਸ ਦਿਨ ਇਹਨਾਂ 3 ਪੋਲਿੰਗ ਬੂਥਾਂ ਦੇ ਉੱਤੇ ਗੜਬੜੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ। ਖਾਸ ਕਰਕੇ EVM ਦੇ ਨਾਲ ਛੇੜਛਾੜ ਕੀਤੀ ਗਈ ਸੀ। ਸਮਾਣਾ ਦੇ ਵਿੱਚ ਤਾਂ ਇੱਕ ਨੌਜਵਾਨ EVM ਦਾ ਕੰਟਰੋਲਰ ਹੀ ਲੈ ਕੇ ਭੱਜ ਗਿਆ ਸੀ, ਜਿਹੜਾ ਇੱਕ ਸਕੂਲ ਦੇ ਵਿੱਚੋਂ ਬਾਅਦ 'ਚ ਲੱਭ ਗਿਆ ਸੀ। ਇਸ ਕਰਕੇ ਚੋਣ ਕਮਿਸ਼ਨ ਨੇ ਇੱਥੇ ਮੁੜ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਸੀ। ਇਸ ਦੇ ਨਾਲ ਹੀ ਮੋਹਾਲੀ ਨਗਰ ਨਿਗਮ ਦੇ ਵਿੱਚ ਵੀ ਜਿਹੜਾ ਵਾਰਡ ਨੰਬਰ 10 ਹੈ ਉਸ ਦੇ 2 ਬੂਥਾਂ ਤੇ ਮੁੜ ਤੋਂ VOTING ਕਰਵਾਈ ਜਾਏਗੀ। ਇੱਥੇ VOTING 17 ਫਰਵਰੀ ਨੂੰ ਹੋਏਗੀ ਤੇ ਕੱਲਾ ਮੋਹਾਲੀ ਨਗਰ ਨਿਗਮ ਹੈ ਜਿਸ ਦੇ ਨਤੀਜੇ 18 ਫਰਵਰੀ ਨੂੰ ਆਉਣਗੇ। ਬਾਕੀ ਸਾਰੇ ਨਤੀਜੇ ਪੂਰੇ ਪੰਜਾਬ ਦੇ ਉਹ 17 ਫਰਵਰੀ ਨੂੰ ਆ ਜਾਣਗੇ ਪਹਿਲਾਂ ਦੱਸੀ ਹੋਈ ਤਾਰੀਖ ਦੇ ਮੁਤਾਬਿਕ। ਪਰ ਮੋਹਾਲੀ ਨਗਰ ਨਿਗਮ ਦੇ ਵਿੱਚ ਮੁੜ ਤੋਂ 2 ਬੂਥਾਂ ਤੇ ਪੋਲਿੰਗ ਹੋਣ ਕਰਕੇ ਇਥੋਂ ਦਾ ਨਤੀਜਾ 18 ਫਰਵਰੀ ਨੂੰ ਆਏਗਾ। ਇਸੇ ਦਰਮਿਆਨ ਸੂਬਾ ਚੋਣ ਕਮਿਸ਼ਨ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਕਿ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਦੇ ਲਈ ਤੁਰੰਤ ਮਾਈਕਰੋ ਆਬਜ਼ਰਵਰ ਨਿਯੁਕਤ ਕੀਤੇ ਜਾਣ। ਰਾਜ ਚੋਣ ਕਮਿਸ਼ਨ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਦੇ ਮੁਤਾਬਿਕ ਸੰਵੇਦਨਸ਼ੀਲ ਯਾਨੀ ਕਿ ਸੈਂਸਿਟਿਵ ਅਤੇ ਬਹੁਤ ਜ਼ਿਆਦਾ ਸੈਂਸਿਟਿਵ ਹਲਕਿਆਂ ਦੀ ਵੋਟਾਂ ਦੀ ਗਿਣਤੀ ਲਈ IAS PCS ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਮਾਈਕਰੋ ਆਬਜ਼ਰਵਰ ਨਿਯੁਕਤ ਕਰਨ ਦੇ ਹੁਕਮ ਦੇ ਦਿੱਤੇ ਨੇ। ਮਾਈਕਰੋ ਆਬਜ਼ਰਵਰ ਕਮਿਸ਼ਨ ਦੇ ਵੱਲੋਂ ਪਹਿਲਾਂ ਤੋਂ ਨਿਯੁਕਤ ਆਬਜ਼ਰਵਰਾਂ ਦੇ ਰਾਹੀਂ ਆਪਣੀ ਰਿਪੋਰਟ ਪੇਸ਼ ਕਰਨਗੇ। ਮੱਧ ਪ੍ਰਦੇਸ਼ ਤੋਂ ਵੱਡੇ ਹਾਦਸੇ ਦੀ ਖਬਰ ਆਈ, ਜਿੱਥੇ ਯਾਤਰੀਆਂ ਦੇ ਨਾਲ ਭਰੀ ਇੱਕ ਬੱਸ ਨਹਿਰ ਦੇ ਵਿੱਚ ਡਿੱਗ ਗਈ, ਜਿਸ ਦੇ ਵਿੱਚ 40 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਮਰਦ ਨੇ ਤੇ ਔਰਤਾਂ ਵੀ ਨੇ। ਇੱਕ 4 ਸਾਲ ਦਾ ਬੱਚਾ ਵੀ ਸ਼ਾਮਿਲ ਹੈ। ਇਸ ਹਾਦਸੇ ਵਿੱਚ ਸਿਰਫ 7 ਲੋਕਾਂ ਨੂੰ ਹੀ ਬਚਾਇਆ ਜਾ ਸਕਿਆ। NDRF ਤੇ SDRF ਦੀਆਂ ਟੀਮਾਂ ਲਾਸ਼ਾਂ ਦੀ ਭਾਲ ਦੇ ਵਿੱਚ ਲੱਗੀਆਂ ਹੋਈਆਂ ਨੇ। ਬੱਸ ਵਿੱਚ 54 ਮੁਸਾਫਿਰ ਸਵਾਰ ਸੀ। ਸਥਾਨਕ ਪ੍ਰਸ਼ਾਸਨ ਨੇ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਹਾਦਸੇ ਦਾ ਸ਼ਿਕਾਰ ਹੋਈ ਬੱਸ ਦੇ ਵਿੱਚ ਕਿੰਨੇ ਲੋਕ ਹਾਦਸੇ ਦੇ ਵਕਤ ਸਵਾਰ ਸਨ, ਜਦਕਿ ਜਿੱਥੋਂ ਬੱਸ ਸ਼ੁਰੂ ਹੋਈ ਸੀ ਉੱਥੇ 54 ਮੁਸਾਫਿਰ ਸਵਾਰ ਸੀ। ਹਾਦਸਾ ਮੰਗਲਵਾਰ ਸਵੇਰੇ ਕਰੀਬ 7:30 ਵਜੇ ਵਾਪਰਿਆ। ਸੀਧੀ ਤੋਂ ਸਤਨਾ ਜ਼ਿਲ੍ਹੇ ਦੇ ਲਈ ਇਹ ਬੱਸ ਰਵਾਨਾ ਹੋਈ ਸੀ। ਬੇਕਾਬੂ ਹੋਣ ਕਾਰਨ ਨਹਿਰ ਦੇ ਵਿੱਚ ਜਾ ਡਿੱਗੀ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ, ਕਿ ਸੀਧੀ ਦੇ ਹਾਦਸੇ ਤੋਂ ਮਨ ਬਹੁਤ ਉਦਾਸ ਹੈ। ਬਚਾਅ ਕਾਰਜ ਲਗਾਤਾਰ ਜਾਰੀ ਨੇ। ਕਲੈਕਟਰ, ਕਮਿਸ਼ਨਰ, IG, SP ਤੇ SDRF ਦੀਆਂ ਟੀਮਾਂ ਬਚਾਅ ਦੇ ਵਿੱਚ ਲੱਗੀਆਂ ਹੋਈਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ 2-2 ਲੱਖ ਰੁਪਏ ਦਾ ਮੁਆਵਜ਼ਾ ਵੀ ਐਲਾਨਿਆ ਹੈ। ਜਿਨ੍ਹਾਂ ਦੀ ਮੌਤ ਹੋ ਗਈ ਹੈ ਉਹਨਾਂ ਦੇ ਪਰਿਵਾਰਾਂ ਦੇ ਲਈ, ਨਾਲ ਹੀ ਜਿਹੜੇ ਜ਼ਖਮੀ ਹੋਏ ਲੋਕ ਨੇ ਉਹਨਾਂ ਨੂੰ 50-50 ਹਜ਼ਾਰ ਰੁਪਏ ਵੀ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਸਕੂਲਾਂ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਮੁੜ ਤੋਂ ਵਧਣ ਲੱਗੇ ਨੇ। ਜਿਵੇਂ ਜਦੋਂ ਦੇ ਸਕੂਲ ਲੱਗਣੇ ਸ਼ੁਰੂ ਹੋਏ ਨੇ ਉਸ ਤੋਂ ਬਾਅਦ ਇੱਕ ਵੱਡਾ ਜਿਹੜਾ ਮਾਮਲਾ ਸਾਹਮਣੇ ਆਇਆ ਹਲਕਾ ਸਾਹਨੇਵਾਲ ਦੇ ਪਿੰਡ ਚੌਂਤਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੋਂ ਆਇਆ, ਜਿੱਥੇ 6 ਵਿਦਿਆਰਥੀ, 2 ਅਧਿਆਪਕ ਅਤੇ 1 ਸੇਵਾਦਾਰ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਹੈ। ਚੌਂਤਾ ਸਕੂਲ ਦੀ ਅਧਿਆਪਕ ਕਰੋਨਾ ਪੋਜ਼ਿਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਸਕੂਲ ਦੇ ਵਿੱਚ ਟੈਸਟ ਕੀਤੇ। ਹੁਣ ਤੱਕ 410 ਵਿਦਿਆਰਥੀਆਂ ਦੇ ਟੈਸਟ ਹੋ ਚੁੱਕੇ ਨੇ, ਜਿਨ੍ਹਾਂ ਵਿੱਚੋਂ 6 ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਸਾਰੇ ਹੀ 12ਵੀਂ ਜਮਾਤ ਦੇ ਵਿਦਿਆਰਥੀ ਨੇ। 20 ਅਧਿਆਪਕਾਂ ਦਾ ਵੀ ਕਰੋਨਾ ਟੈਸਟ ਕੀਤਾ ਗਿਆ, ਜਿਸ ਵਿੱਚ ਇੱਕ ਹੋਰ ਅਧਿਆਪਕ ਪੋਜ਼ਿਟਿਵ ਪਾਇਆ ਗਿਆ। ਸਕੂਲ ਵਿੱਚ ਕੰਮ ਕਰਨ ਵਾਲਾ ਸੇਵਾਦਾਰ ਵੀ ਕਰੋਨਾ ਦੀ ਚਪੇਟ ਦੇ ਵਿੱਚ ਹੈ। ਸਕੂਲ ਵਿੱਚ ਮਿਡ ਡੇ ਮੀਲ ਤਿਆਰ ਕਰਨ ਵਾਲੇ ਸਾਰੇ ਕਰਮਚਾਰੀਆਂ ਦੇ ਕਰੋਨਾ ਟੈਸਟ ਕੀਤੇ ਗਏ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ। ਸਕੂਲ ਪ੍ਰਿੰਸੀਪਲ ਰੋਮਾ ਰਾਣੀ ਮੁਤਾਬਿਕ ਸਕੂਲ ਵਿੱਚ ਹਾਲੇ ਹੋਰ ਵੀ ਜਿਹੜੇ ਵਿਦਿਆਰਥੀ ਨੇ ਉਹਨਾਂ ਸਾਰਿਆਂ ਦੀ ਸਿਹਤ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸਿਟੀ ਬਿਊਟੀਫੁਲ ਚੰਡੀਗੜ੍ਹ ਰਹਿਣ ਵਾਲੇ ਲੋਕਾਂ ਦੇ ਲਈ ਖਾਸ ਖਬਰ ਹੈ। ਚੰਡੀਗੜ੍ਹ ਦੇ ਵਿੱਚ ਇੱਕ ਨਵੀਂ ਯੋਜਨਾ ਆ ਰਹੀ ਹੈ, ਜੋ ਆਉਣ ਵਾਲੇ ਸਮੇਂ ਵਿੱਚ ਹੋਰ ਸਮਾਰਟ ਸਿਟੀਜ਼ ਦੇ ਵਿੱਚ ਵੀ ਦੇਖੀ ਜਾ ਸਕਦੀ ਹੈ। ਹੁਣ ਆਮ ਲੋਕਾਂ ਦੇ ਆਧਾਰ ਕਾਰਡ ਦੇ ਵਾਂਗ ਚੰਡੀਗੜ੍ਹ ਸ਼ਹਿਰ ਦੀ ਪ੍ਰਾਪਰਟੀ ਨੂੰ ਵੀ ਖਾਸ ਨੰਬਰਾਂ ਦੇ ਨਾਲ ਜਾਣਿਆ ਜਾਏਗਾ। ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੇ ਅਧਿਕਾਰੀ ਇਸ ਕਵਾਇਦ ਦੇ ਵਿੱਚ ਜੁਟ ਗਏ ਨੇ। ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਯਾਨੀ ਕਿ CSCL ਸ਼ਹਿਰ ਦੇ ਵਿੱਚ
ਵਪਾਰਿਕ ਅਤੇ ਰਿਹਾਇਸ਼ੀ ਜਾਇਦਾਦਾਂ ਲਈ ਇੱਕ ਡਿਜੀਟਲ ਡੋਰ ਨੰਬਰ ਸਿਸਟਮ ਵਿਕਸਿਤ ਕਰ ਰਿਹਾ ਹੈ। ਇਸ ਦੇ ਤਹਿਤ ਇੱਥੇ ਸਾਰੀਆਂ ਜਾਇਦਾਦਾਂ ਦਾ QR ਕੋਡ, ਯੂਨੀਕ ਪ੍ਰਾਪਰਟੀ ID ਅਤੇ ਜਿਓਗ੍ਰਾਫੀਕਲ ਇਨਫੋਰਮੇਸ਼ਨ ਸਿਸਟਮ ਮੈਪਿੰਗ ਕੀਤੀ ਜਾਏਗੀ। ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੇ ਚੀਫ ਜਨਰਲ ਮੈਨੇਜਰ ਨੇ ਕਿਹਾ ਕਿ ਜਿਵੇਂ ਭਾਰਤ ਵਿੱਚ ਵਸਦੇ ਲੋਕਾਂ ਲਈ ਇੱਕ ਆਧਾਰ ਕਾਰਡ ਹੈ, ਉਸੇ ਤਰ੍ਹਾਂ ਚੰਡੀਗੜ੍ਹ ਦੀ ਜਾਇਦਾਦ ਦਾ ਵੀ ਇੱਕ ਆਧਾਰ ਹੋਏਗਾ। CSCL ਦੇ ਚੀਫ ਮੈਨੇਜਰ ਨੇ ਕਿਹਾ ਕਿ ਇਸ ਦਾ ਮਕਸਦ ਸਾਰੀਆਂ ਜਾਇਦਾਦਾਂ ਦਾ GIS ਮੈਪ ਦੇ ਉੱਤੇ ਡਿਜੀਟਲ ਫੁੱਟਪ੍ਰਿੰਟ ਕਰਨਾ ਹੈ। ਉਹਨਾਂ ਕਿਹਾ ਕਿ ਅਸੀਂ ਇਸ ਨੂੰ ਪੂਰੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਲਾਗੂ ਕਰਨ ਜਾ ਰਹੇ ਹਾਂ। ਅਸੀਂ ਦਸਤਾਵੇਜ਼ਾਂ ਤੇ ਕੰਮ ਕਰ ਰਹੇ ਹਾਂ। ਉਮੀਦ ਹੈ ਕਿ 2021 ਸਾਲ ਦੇ ਅੰਤ ਤੱਕ ਇਹ ਲਾਗੂ ਹੋ ਜਾਏਗਾ। ਆਧਾਰ ਕਾਰਡ ਦੀ ਤਰ੍ਹਾਂ ਚੰਡੀਗੜ੍ਹ ਦੀ ਜਾਇਦਾਦ ਦੀ ਪਛਾਣ ਵੀ ਕੀਤੀ ਜਾ ਸਕੇਗੀ। ਇਹ ਸਿਸਟਮ ਜਲਦੀ ਹੀ ਸਾਲ ਦੇ ਅੰਤ ਤੱਕ ਲਾਗੂ ਹੋ ਜਾਏਗਾ। मौसम की जे गल कर लीए तो पूरे पंजाब दे विच लगातार धुंध पै रही है। सवेर के समय संघनी धुंध पैंदी है, जिहदे विचों बूंदां डिगदियां हुंदियां ने। ते किसानां दा कहना है, किसान माहिरां दा कहना है कि ये जिहड़ी धुंध है वो फसलों के लिए, खास तौर पर कणक की फसल बीजी हुई है किसानां ने, ते उहदे लई इह काफ़ी लाहेवंद है, क्योंकि ये जिहड़ा समा हुंदा है, देसी महीना फग्गण हुंदा है। इस महीने दे विच कणक की फसल नूं पानी लाया जांदा है ते धुंध दे नाल कणकां दी फसल नूं पानी अपने आप लग जांदा है। ते कहा जा रहा है किसानां दे वल्लों कि कुदरत उन्हां दे नाल है। सरकार भावें उन्हां दी गल नहीं सुन रही, पर कुदरत उन्हां दे नाल है, जिसका काफ़ी फायदा इस बार किसानां नूं होएगा। पिछले साल की जे गल कर लईए तो उदों भी भावें करोना की महामारी सी, पर कणक दा झाड़ काफ़ी होया सी। ते इस वार किसान ने जिहड़े वो सरहदां दे उत्ते बैठे ने, उन्हां दे खेतां दी राखी भी गुआंढियां ने, रिश्तेदारां ने, दोस्तां मित्रां ने कीती, जिहड़े उत्थे लगातार डटे हुए ने। ते फिर भी वो मंनदे ने कि कुदरत मेहरबान है ते कणक दा झाड़ चंगा आवेगा। पंजाब दीयां खास खबरां दे खास बुलेटिन दे विच तुहाडे सब तो इजाजत चाहुंदे हां। तुसीं सारे अपना ध्यान रखियो। धन्नवाद।